ਅਸੀਂ ਖੇਤੀ 'ਤੇ ਆਉਣ ਵਾਲੇ ਬਹੁਤ ਸਾਰੇ ਖਰਚੇ ਹਲੇ ਸਾਡੇ ਤੋਂ ਛੁੱਟ ਗਏ ਹਨ। ਵਹਾਈ ਅਤੇ ਕੱਦੂ ਕਰਾਉਣ ਲਈ ਅਗਰ ਕਿਰਾਏ 'ਤੇ ਕਰਾਈਏ ਤਾਂ 2800 ਰੁਪਏ ਪ੍ਰਤੀ ਏਕੜ ਖਰਚ ਹੁੰਦਾ ਹੈ। ਇੱਕ ਵਹਾਈ ਸੁੱਕੀ, ਇੱਕ ਦੂਸਰੀ ਅਤੇ 2200 ਰੁਪਏ ਦਾ ਕੱਦੂ। 1 ਏਕੜ 'ਚ 500 ਰੁਪਏ ਦਾ ਅਗਰ ਅਸੀਂ ਸਸਤੇ ਤੋਂ ਸਸਤਾ ਵੀ ਜ਼ਿੰਕ ਲਈਏ ਤਾਂ 10 ਕਿਲੋ ਜ਼ਿੰਕ ਪੈਂਦਾ ਹੈ। 1500 ਰੁਪਈਆ ਅਗਰ ਇਸ ਵਾਰ ਲੱਗਦਾ ਹੈ ਕਿ ਝੋਨੇ ਦੀ ਘੱਟੋ ਘੱਟ ਵਢਾਈ ਹੋਊਗੀ ਕੰਬਾਈਨ ਨਾਲ। 800 ਰੁਪਈਆ ਮੰਡੀ 'ਚ ਲੈ ਕੇ ਜਾਣ ਦਾ ਬਣਦਾ ਹੈ। ਬਹੁਤ ਸਾਰੇ ਕੰਮ, ਮੈਨੇਜਰ ਦਾ ਕੰਮ ਕਰਦਾ ਹੈ, ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ, ਡਰਾਈਵਰ ਦਾ ਕੰਮ ਕਰਦਾ ਹੈ। ਜਦੋਂ ਕੋਈ ਬਿਮਾਰੀ ਪੈ ਜੇ ਉਹਨੂੰ ਸਮਝ ਕੇ ਉਹ 'ਤੇ ਦਵਾਈ ਛਿੜਕਣ ਦਾ ਕੰਮ ਕਰਦਾ ਹੈ। ਸੋ ਬਹੁਤ ਸਾਰੇ ਐਸੇ ਕੰਮ ਹਨ ਜਿਹੜੇ ਉਹ ਕਿਸਾਨ ਇੱਕ ਹੁਨਰੀ ਮਜ਼ਦੂਰ ਦੇ ਤੌਰ 'ਤੇ ਜਾਂ ਹੁਨਰੀ ਕਾਮੇ ਦੇ ਤੌਰ 'ਤੇ ਕਰਦਾ ਹੈ। ਉਹ ਹੋਣੀ ਚਾਹੀਦੀ ਹੈ ਨਾ। 215 ਰੁਪਏ ਸਾਡੀ ਲਾਗਤ ਬਣੀ, 50% ਮੁਨਾਫਾ ਪਾ ਕੇ 3000 ਰੁਪਏ ਪ੍ਰਤੀ ਕੁਇੰਟਲ ਸਾਡੇ ਇਹਦਾ ਰੇਟ ਬਣਦਾ ਹੈ। ਜਦੋਂ ਸਰਕਾਰ ਅਸਲ 'ਚ ਭਾਅ ਨਿਸ਼ਚਿਤ ਕਰਦੀ ਹੈ, ਉਹਦੇ 'ਚ ਜਿਹੜਾ ਅਸਲੀ ਠੇਕਾ ਹੁੰਦਾ ਹੈ ਜਾਂ ਅਸਲੀ ਜ਼ਮੀਨ ਦਾ ਕਿਰਾਇਆ ਹੁੰਦਾ ਉਹ ਨਹੀਂ ਪਾਉਂਦੀ, ਉਹ ਬਹੁਤ ਘੱਟ ਪਾਉਂਦੀ ਹੈ। ਉਹਦੇ ਪਿੱਛੇ ਕਈ ਕਾਨੂੰਨੀ ਅੜਚਣਾਂ ਨੇ। ਇੱਕ ਸਰਕਾਰ ਜਦੋਂ ਕੇਂਦਰ ਸਰਕਾਰ ਦਾ ਕੀਮਤ ਤੇ ਲਾਗਤ ਕਮਿਸ਼ਨ ਹੈ, ਉਹ ਜਦੋਂ ਝੋਨੇ ਦੀਆਂ ਲਾਗਤਾਂ ਨੂੰ ਜਾਂ ਕਣਕ ਦੀਆਂ ਲਾਗਤਾਂ ਨੂੰ ਜਾਂ ਕਿਸੇ ਵੀ ਫਸਲ ਦੀਆਂ ਲਾਗਤਾਂ ਨੂੰ ਗਿਣਦਾ ਹੈ ਤਾਂ ਉਹਦੇ ਵਿੱਚ ਜ਼ਮੀਨ ਦੇ ਕਿਰਾਏ ਦੀ ਤਾਂ ਹੇਰਾਫੇਰੀ ਹੋ ਹੀ ਜਾਂਦੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ, ਵਰਕਰ ਦੋਸਤੋ ਅਤੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ 'ਚ ਕੰਮ ਕਰਦੇ ਸਾਥੀਓ, ਅੱਜ ਮੈਂ ਥੋੜ੍ਹਾ ਜਿਹਾ ਆਉਣ ਵਾਲੇ ਸਮੇਂ 'ਚ ਝੋਨੇ ਦਾ ਭਾਅ ਕੀ ਨਿਸ਼ਚਿਤ ਹੋਵੇ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰੂੰਗਾ। ਕਿਉਂਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਆਪਣੇ ਪੋਸਟਰ ਅਤੇ ਲੀਫਲੈਟ ਵਿੱਚ, ਮੰਗ ਪੱਤਰ ਵਿੱਚ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2500 ਰੁਪਏ ਪ੍ਰਤੀ ਕੁਇੰਟਲ ਅਤੇ ਬਾਸਮਤੀ ਦਾ 2500 ਰੁਪਏ ਪ੍ਰਤੀ ਕੁਇੰਟਲ ਮੰਗ ਕੀਤੀ ਹੈ। ਜੇਕਰ ਤੁਸੀਂ ਹਿਸਾਬ ਲਾਓ ਜੋ ਅਸੀਂ ਲਾਇਆ ਹੈ ਤਾਂ ਕਈ ਲੋਕਾਂ ਨੂੰ ਇਹ ਹੈਰਾਨੀ ਹੋਊਗੀ ਕਿ 2500 ਰੁਪਏ ਅਤੇ 5000 ਰੁਪਏ ਕੁਇੰਟਲ ਕਿਉਂ ਮੰਗਿਆ ਜਾ ਰਿਹਾ ਹੈ। ਬੜੇ ਸਮਿਆਂ ਤੋਂ ਆਪਣੇ ਸੂਝਵਾਨ ਕਿਸਾਨ ਸਾਥੀਆਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ 'ਚ ਝੋਨੇ ਦੀ ਫਸਲ 'ਤੇ ਪ੍ਰਤੀ ਕੁਇੰਟਲ ਖਰਚਾ ਕਿੰਨਾ ਆਉਂਦਾ ਹੈ। ਮੈਂ ਤੁਹਾਡੇ ਸਾਹਮਣੇ ਇੱਕ ਲਿਸਟ ਰੱਖ ਰਿਹਾ ਹਾਂ। ਇਹ ਲਿਸਟ ਨੂੰ ਮੈਂ ਪੜ੍ਹਾਂਗਾ ਅਤੇ ਪੜ੍ਹਨ ਤੋਂ ਬਾਅਦ ਤੁਸੀਂ ਹੀ ਦੱਸਿਓ ਕਿ ਆਪਣੀ ਮੰਗ ਜਾਇਜ਼ ਹੈ ਜਾਂ ਨਜਾਇਜ਼ ਹੈ। ਇਸ ਲਿਸਟ ਦੇ ਵਿੱਚ ਅਸੀਂ ਖੇਤੀ 'ਤੇ ਆਉਣ ਵਾਲੇ ਬਹੁਤ ਸਾਰੇ ਖਰਚੇ ਹਲੇ ਸਾਡੇ ਤੋਂ ਛੁੱਟ ਗਏ ਹਨ। ਜਿਵੇਂ ਅਸੀਂ ਹਿਸਾਬ ਲਾਇਆ ਹੈ ਕਿ ਪਨੀਰੀ 'ਤੇ ਬੀਜ ਅਤੇ ਉਹਨੂੰ ਪਾਲਣ 'ਤੇ 1 ਏਕੜ ਵਾਸਤੇ ਘੱਟੋ ਘੱਟ 350 ਰੁਪਈਆ ਖਰਚ ਹੁੰਦਾ ਹੈ। ਵਹਾਈ ਅਤੇ ਕੱਦੂ ਕਰਾਉਣ ਲਈ ਅਗਰ ਕਿਰਾਏ 'ਤੇ ਕਰਾਈਏ ਤਾਂ 2800 ਰੁਪਏ ਪ੍ਰਤੀ ਏਕੜ ਖਰਚ ਹੁੰਦਾ ਹੈ। ਇੱਕ ਵਹਾਈ ਸੁੱਕੀ, ਇੱਕ ਦੂਸਰੀ ਅਤੇ 2200 ਰੁਪਏ ਦਾ ਕੱਦੂ। 300 ਰੁਪਏ ਦੀਆਂ 2 ਵਹਾਈਆਂ। ਉਸ ਤੋਂ ਬਾਅਦ ਪ੍ਰਤੀ ਏਕੜ ਐਤਕੀ ਪਤਾ ਨਹੀਂ ਕਿੰਨੀ ਹੋਊਗੀ, ਜੋ ਲਵਾਈ ਹੈ ਲੇਬਰ ਦੀ ਉਹ 4000 ਰੁਪਈਏ। 1 ਏਕੜ 'ਚ 500 ਰੁਪਏ ਦਾ ਅਗਰ ਅਸੀਂ ਸਸਤੇ ਤੋਂ ਸਸਤਾ ਵੀ ਜ਼ਿੰਕ ਲਈਏ ਤਾਂ 10 ਕਿਲੋ ਜ਼ਿੰਕ ਪੈਂਦਾ ਹੈ। 1100 ਰੁਪਏ ਦਾ ਯੂਰੀਆ ਪੈਂਦਾ ਹੈ। 250 ਰੁਪਏ ਦੀ ਨਦੀਨ ਨਾਸ਼ਕ ਲੱਗਦੇ ਹਨ ਅਤੇ ਸਸਤੇ ਤੋਂ ਸਸਤੇ ਕੀਟਨਾਸ਼ਕ 5000 ਰੁਪਏ ਦੇ ਲੱਗਦੇ ਹਨ ਅਤੇ
3 ਸਪਰੇਆਂ ਕਰਨ ਵਾਸਤੇ 450 ਰੁਪਈਆ ਲੇਬਰ ਦਾ ਲੱਗਦਾ ਹੈ। 1500 ਰੁਪਈਆ ਅਗਰ ਇਸ ਵਾਰ ਲੱਗਦਾ ਹੈ ਕਿ ਝੋਨੇ ਦੀ ਘੱਟੋ ਘੱਟ ਵਢਾਈ ਹੋਊਗੀ ਕੰਬਾਈਨ ਨਾਲ। 800 ਰੁਪਈਆ ਮੰਡੀ 'ਚ ਲੈ ਕੇ ਜਾਣ ਦਾ ਬਣਦਾ ਹੈ। 400 ਰੁਪਈਆ ਜੋ ਉਹਦੇ ਖਰਚੇ ਵੱਢਣੇ ਹਨ ਉਸ ਦਾ ਲੱਗਦਾ ਹੈ। ਅਤੇ ਪ੍ਰਤੀ ਕੁਇੰਟਲ ਪਿੱਛੇ, ਪ੍ਰਤੀ ਏਕੜ ਪਿੱਛੇ 16,000 ਰੁਪਈਆ ਇੱਕ ਕਿਸਾਨ ਜਾਂ ਇੱਕ ਕੰਮ ਕਰਨ ਵਾਲੇ ਦੀ ਮਿਹਨਤ ਦਾ ਲੱਗਦਾ ਹੈ। ਕਿਵੇਂ? ਅਸੀਂ ਲਾਇਆ ਹੈ ਕਿ ਇੱਕ ਕਿਸਾਨ ਜਾਂ ਜੋ ਵੀ ਖੇਤੀ 'ਚ ਲੱਗਿਆ ਹੋਇਆ ਹੈ ਉਹਦੀ ਪੰਜਾਬ ਸਰਕਾਰ ਦੇ ਹੁਨਰੀ ਮਜ਼ਦੂਰਾਂ ਦੇ ਮੁਤਾਬਕ ਦਿਹਾੜੀ 450 ਰੁਪਏ ਰੋਜ਼ ਦੀ ਬਣਦੀ ਹੈ। 450 ਰੁਪਈਏ ਨੂੰ ਅਸੀਂ ਅਗਰ 6 ਮਹੀਨਿਆਂ ਦੀ ਫਸਲ ਦੇ ਵਿੱਚ 180 ਨਾਲ ਗੁਣਾ ਕਰੀਏ ਤਾਂ ਇਹ 81,000 ਰੁਪਈਏ ਬਣਦੀ ਹੈ। 81,000 ਨੂੰ ਅਸੀਂ ਅਗਰ 5 ਏਕੜ ਨਾਲ ਤਕਸੀਮ ਕਰ ਦਈਏ ਤਾਂ ਇਹ 16,000 ਰੁਪਏ ਪ੍ਰਤੀ ਏਕੜ ਇੱਕ ਵਿਅਕਤੀ ਦੀ ਦਿਹਾੜੀ, ਇੱਕ ਵਿਅਕਤੀ ਦੀ 16,000 ਰੁਪਏ ਦੀ ਮਿਹਨਤ ਇੱਕ ਏਕੜ ਵਿੱਚ ਲੱਗਦੀ ਹੈ। ਹੁਣ ਅਸੀਂ ਹੁਨਰੀ ਮਜ਼ਦੂਰ ਕਿਉਂ ਸਮਝਦੇ ਹਾਂ ਕਿਸਾਨ ਨੂੰ? ਉਹ ਬਹੁਤ ਸਾਰੇ ਕੰਮ, ਮੈਨੇਜਰ ਦਾ ਕੰਮ ਕਰਦਾ ਹੈ, ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ, ਡਰਾਈਵਰ ਦਾ ਕੰਮ ਕਰਦਾ ਹੈ। ਜਦੋਂ ਕੋਈ ਬਿਮਾਰੀ ਪੈ ਜੇ ਉਹਨੂੰ ਸਮਝ ਕੇ ਉਹ 'ਤੇ ਦਵਾਈ ਛਿੜਕਣ ਦਾ ਕੰਮ ਕਰਦਾ ਹੈ। ਸੋ ਬਹੁਤ ਸਾਰੇ ਐਸੇ ਕੰਮ ਹਨ ਜਿਹੜੇ ਉਹ ਕਿਸਾਨ ਇੱਕ ਹੁਨਰੀ ਮਜ਼ਦੂਰ ਦੇ ਤੌਰ 'ਤੇ ਜਾਂ ਹੁਨਰੀ ਕਾਮੇ ਦੇ ਤੌਰ 'ਤੇ ਕਰਦਾ ਹੈ। ਇਸ ਤੋਂ ਇਲਾਵਾ ਜ਼ਮੀਨ 1 ਏਕੜ ਪੰਜਾਬ ਦੇ ਅੰਦਰ ਅਸੀਂ ਘੱਟੋ ਘੱਟ ਇਹ ਲਾਇਆ ਕਿ 1 ਏਕੜ ਦਾ ਕਿਰਾਇਆ ਜਾਂ ਠੇਕਾ 50,000 ਰੁਪਏ ਪ੍ਰਤੀ ਸਾਲ ਹੈ। ਅਗਰ ਸਾਉਣੀ ਦੀ ਫਸਲ ਇਕੱਲੀ ਲਈ ਲਗਾ ਲਈਏ ਤਾਂ ਇਹ 25,000 ਰੁਪਏ ਪ੍ਰਤੀ ਏਕੜ ਬਣ ਜਾਂਦਾ ਹੈ। ਇਹ ਤੋਂ ਇਲਾਵਾ ਮੋਟਰ ਸੜ ਗਈ, ਉਹਨੂੰ ਕੱਢਣਾ, ਫਿਰ ਮੋਟਰ ਡੂੰਘੀ ਪਾਉਣੀ ਹੈ, ਟੋਟਾ ਪਾਉਣਾ ਵਗੈਰਾ ਵਗੈਰਾ, ਇਹਦੇ ਖਰਚੇ ਅਸੀਂ ਕੁੱਲ 1,800 ਰੁਪਏ ਪਾਏ ਹਨ। ਕਿਉਂਕਿ ਜੇ ਇਹਨੂੰ ਆਪਾਂ ਇਹ ਨਹੀਂ ਸੋਚਦੇ ਕਿ ਹਰ ਸਾਲ ਕੱਢਣੀ ਪੈਂਦੀ ਹੈ, ਹਰ ਸਾਲ ਸੜ ਜਾਂਦੀ ਹੈ, ਪਰ ਔਸਤਨ ਇੰਨਾ ਕੁ ਬਣਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਕੰਮ 'ਚ ਲੱਗੇ ਹੋਏ ਲੋਕ ਹਨ, ਜਿਵੇਂ ਸਾਡੇ ਘਰਾਂ ਦੀਆਂ ਔਰਤਾਂ ਰੋਟੀਆਂ ਬਣਾਉਂਦੀਆਂ ਨੇ, ਸਾਡੇ ਬੱਚੇ ਨਾਲ ਕੰਮ ਕਰਦੇ ਨੇ, ਜਾਂ ਹੋਰ ਇਸ ਕਿਸਮ ਦੇ ਕਈ ਸਾਰੇ ਕੰਮ ਹਨ ਜੋ ਸਾਡੇ ਨਾਲ ਕਰਦੇ ਨੇ। ਪਰ ਜਦੋਂ ਅਸੀਂ ਇਹਦਾ ਹਿਸਾਬ ਕਿਤਾਬ ਲਾਇਆ ਤਾਂ ਇਹ ਕੁੱਲ ਹਿਸਾਬ ਕਿਤਾਬ ਸਾਡੇ ਮੁਤਾਬਕ ਇਹ ਬਣਿਆ ਇੱਕ ਮਿੰਟ, ਹਾਂ, ਇਹ ਹਿਸਾਬ ਕਿਤਾਬ ਦੇ ਮੁਤਾਬਕ ਟੋਟਲ ਖਰਚਾ ਜਿਹੜਾ ਹੋਇਆ ਉਹ ਪ੍ਰਤੀ ਏਕੜ ਨਾਲ ਅਸੀਂ ਅਗਰ ਇਸ ਨੂੰ ਤਕਸੀਮ ਕਰ ਲਈਏ ਤਾਂ ਸਾਡੀ ਜਿਹੜੀ ਲਾਗਤ ਬਣੀ ਉਹ ਲਾਗਤ ਬਣੀ ਸਾਡੀ ਕੋਈ 2,700 ਰੁਪਏ 2,700 ਨਹੀਂ 1,800 ਰੁਪਏ ਪ੍ਰਤੀ ਏਕੜ ਦੇ ਕਰੀਬ। 1,800 ਰੁਪਏ ਪ੍ਰਤੀ ਏਕੜ ਦੇ ਕਰੀਬ ਜਦੋਂ ਲਾਗਤ ਬਣੀ, ਇਹ ਕਾਸਟ ਆਫ ਪ੍ਰੋਡਕਸ਼ਨ 1,800 ਰੁਪਏ ਪ੍ਰਤੀ ਏਕੜ ਬਣੀ, ਤਾਂ ਇਸ ਦੇ ਵਿੱਚ ਅਗਰ 50% ਮੁਨਾਫਾ ਪਾ ਲਈਏ ਤਾਂ 50% ਮੁਨਾਫਾ ਪਾ ਕੇ ਸਾਡੀ ਜੋ ਕੀਮਤ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ 215 ਰੁਪਏ ਸਾਡੀ ਲਾਗਤ ਬਣੀ। 50% ਮੁਨਾਫਾ ਪਾ ਕੇ 3,000 ਰੁਪਏ ਪ੍ਰਤੀ ਕੁਇੰਟਲ ਸਾਡੇ ਇਹਦਾ ਰੇਟ ਬਣਦਾ ਹੈ। ਜਾਣੀ ਇਹ ਕਹਿ ਲਓ ਵੀ 3,000 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। 50% ਮੁਨਾਫਾ, 215 ਰੁਪਏ ਇਹਦੀ ਲਾਗਤ ਬਣੀ। ਸੋ 3,000 ਰੁਪਏ ਪ੍ਰਤੀ ਕੁਇੰਟਲ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਸਾਡੇ ਝੋਨੇ ਦਾ ਭਾਅ ਬਣਨਾ ਚਾਹੀਦਾ ਹੈ। ਪਰ ਸਾਨੂੰ ਮਿਲਦਾ ਕਿੰਨਾ ਹੈ? 1,800 ਰੁਪਏ ਤੋਂ ਨੇੜੇ ਤੇੜੇ। ਅਸੀਂ ਮੰਗਿਆ ਕਿੰਨਾ ਹੈ?
2500 ਰੁਪਈਏ। ਸੋ ਇਹਦੇ ਵਿੱਚ ਜਦੋਂ ਅਸੀਂ 2500 ਰੁਪਏ ਮੰਗਿਆ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਸਾਡਾ ਜਿੰਨਾ ਬਣਦਾ ਹੈ ਅਸੀਂ ਉਸ ਤੋਂ ਵੀ 500 ਰੁਪਏ ਘੱਟ ਮੰਗ ਰਹੇ ਹਾਂ। ਬਾਸਮਤੀ ਲਈ ਅਸੀਂ 5000 ਰੁਪਇਆ ਕਿਉਂ ਮੰਗਿਆ ਹੈ? ਕਿਉਂਕਿ ਬਾਸਮਤੀ ਦਾ ਝਾੜ ਘੱਟ ਨਿਕਲਦਾ। ਬਾਸਮਤੀ 'ਚ ਬਹੁਤ ਸਾਰੀਆਂ ਦਵਾਈਆਂ ਬਹੁਤ ਲੱਗ ਜਾਂਦੀਆਂ ਨੇ। ਬਾਸਮਤੀ ਦੇ ਹੋਰ ਬਹੁਤ ਸਾਰੇ ਖਰਚੇ ਹੁੰਦੇ ਨੇ, ਹੱਥਾਂ ਨਾਲ ਵੱਢਣੀ ਪੈਂਦੀ ਹੈ, ਚੜਾਉਣੀ ਪੈਂਦੀ ਹੈ। ਇਹ ਬਹੁਤ ਸਾਰਾ ਫਰਕ ਹੈ ਦੋਨਾਂ ਚੀਜ਼ਾਂ ਅਤੇ ਡਬਲ ਖਰਚਾ ਜਿਹੜਾ ਉਹਦੇ 'ਤੇ ਹੋ ਜਾਂਦਾ। ਸੋ ਬਾਸਮਤੀ ਦਾ ਖਰਚਾ ਅਸੀਂ 2500 ਰੁਪਏ ਆਮ ਪਰਮਲ ਝੋਨੇ ਦੀ ਜਗ੍ਹਾ 'ਤੇ 5000 ਰੁਪਏ ਮੰਗਿਆ ਹੈ। ਸੋ ਕਿਸਾਨ ਵੀਰੋ, ਤੁਸੀਂ ਇਸ ਗੱਲ ਦੀ ਮਤਲਬ ਕਿ ਮੈਂ ਇਹ ਗੱਲ ਨੂੰ ਟਾਈਪ ਕਰਕੇ ਤੁਹਾਡੇ WhatsApp ਦੇ ਉੱਤੇ ਵੀ ਪਾ ਦੂੰਗਾ ਜੋ ਖਰਚੇ ਅਸੀਂ ਲਾਏ ਨੇ। ਤੁਹਾਡੇ ਜੋ ਵੀ ਇਹਦੇ 'ਚ ਜੋੜਨਾ ਹੋਵੇ, ਘਟਾਉਣਾ ਹੋਵੇ ਜਾਂ ਕੋਈ ਸੁਝਾਅ ਦੇਣੇ ਹੋਣ, ਉਹ ਤੁਸੀਂ ਉਸ WhatsApp ਦੇ ਗਰੁੱਪ ਦੇ ਉੱਤੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗਰੁੱਪ ਦੇ ਉੱਤੇ ਆਪੋ ਆਪਣੇ ਜ਼ਿਲ੍ਹਿਆਂ ਦੇ ਆਗੂਆਂ ਨੂੰ ਜਾਂ ਜਿੱਥੇ ਵੀ ਤੁਹਾਨੂੰ ਹੋਰ ਠੀਕ ਲੱਗੇ ਉਹ ਪਾ ਦੇਣਾ। ਸੋ ਮੈਂ ਅੱਜ ਦੀ ਗੱਲ ਇੱਥੇ ਹੀ ਖ਼ਤਮ ਕਰਦਾ ਹਾਂ ਕਿ ਅਸੀਂ ਆਪਣੇ ਮੰਗ ਪੱਤਰ ਦੇ ਵਿੱਚ, ਆਪਣੇ ਪੋਸਟਰ ਦੇ ਵਿੱਚ, ਆਪਣੇ ਆਉਣ ਵਾਲੇ ਹੋਰ ਪ੍ਰਚਾਰ ਸਮੱਗਰੀ ਜੋ ਹੈ ਉਹਦੇ ਵਿੱਚ 2500 ਰੁਪਏ ਝੋਨੇ ਦਾ, ਪਰਮਲ ਝੋਨੇ ਦਾ ਅਤੇ 5000 ਰੁਪਏ ਬਾਸਮਤੀ ਦਾ ਮੁੱਲ, ਘੱਟੋ ਘੱਟ ਸਮਰਥਨ ਮੁੱਲ ਕਿਉਂ ਮੰਗਦੇ ਹਾਂ, ਇਹਦੀ ਜਾਣਕਾਰੀ ਦੇਣ ਲਈ। ਇਹਦੇ 'ਚ 3 ਗੱਲਾਂ ਬੜੀਆਂ ਮਹੱਤਵਪੂਰਨ ਨੇ। ਜਦੋਂ ਸਰਕਾਰ ਅਸਲ 'ਚ ਭਾਅ ਨਿਸ਼ਚਿਤ ਕਰਦੀ ਹੈ, ਉਹਦੇ 'ਚ ਜਿਹੜਾ ਅਸਲੀ ਠੇਕਾ ਹੁੰਦਾ ਹੈ ਜਾਂ ਅਸਲੀ ਜ਼ਮੀਨ ਦਾ ਕਿਰਾਇਆ ਹੁੰਦਾ ਉਹ ਨਹੀਂ ਪਾਉਂਦੀ, ਉਹ ਬਹੁਤ ਘੱਟ ਪਾਉਂਦੀ ਹੈ। ਉਹਦੇ ਪਿੱਛੇ ਕਈ ਕਾਨੂੰਨੀ ਅੜਚਣਾਂ ਨੇ। ਇੱਕ ਦੂਜਾ, ਸਰਕਾਰ ਜਦੋਂ ਜੋ ਕੇਂਦਰ ਸਰਕਾਰ ਦਾ ਕੀਮਤ ਤੇ ਲਾਗਤ ਕਮਿਸ਼ਨ ਹੈ, ਉਹ ਜਦੋਂ ਝੋਨੇ ਦੀਆਂ ਲਾਗਤਾਂ ਨੂੰ ਜਾਂ ਕਣਕ ਦੀਆਂ ਲਾਗਤਾਂ ਨੂੰ ਜਾਂ ਕਿਸੇ ਵੀ ਫਸਲ ਦੀਆਂ ਲਾਗਤਾਂ ਨੂੰ ਗਿਣਦਾ ਹੈ ਤਾਂ ਉਹਦੇ ਵਿੱਚ ਜ਼ਮੀਨ ਦੇ ਕਿਰਾਏ ਦੀ ਤਾਂ ਹੇਰਾਫੇਰੀ ਹੋ ਹੀ ਜਾਂਦੀ ਹੈ। ਨਾਲ ਹੀ ਜਿਹੜਾ ਕਿਸਾਨ ਜਾਂ ਮਜ਼ਦੂਰ, ਕਿਸਾਨ ਜਿਹੜਾ ਮਿਹਨਤ ਕਰਦਾ ਉਹਦੇ 'ਤੇ, ਉਸ ਮਿਹਨਤ ਦੇ ਬਾਰੇ ਵੀ ਉਹਨਾਂ ਦਾ ਇਹ ਕਹਿਣਾ ਕਿ ਗੈਰ ਹੁਨਰੀ ਕੰਮ ਆ ਇਹ, ਇਸ ਕਰਕੇ ਉਹਦੀ ਮਿਹਨਤ ਜੋ ਮੈਂ 450 ਰੁਪਏ ਰੱਖੀ ਹੈ ਉਹਦੀ ਜਗ੍ਹਾ ਉਹ 225 ਰੁਪਏ ਹੀ ਲਾਉਂਦੇ ਨੇ। ਤੀਸਰਾ, ਜੋ ਕੇਂਦਰ ਜਾਂ ਰਾਜ ਸਰਕਾਰਾਂ ਵੱਲੋਂ ਖੇਤੀ ਲਾਗਤਾਂ ਲਈ ਸਬਸਿਡੀਆਂ ਮਿਲਦੀਆਂ ਨੇ, ਉਹ ਸਬਸਿਡੀਆਂ ਨੂੰ ਕੁੱਲ, ਜਿਵੇਂ ਮੰਨ ਲਓ ਸਾਨੂੰ 6000 ਕਰੋੜ ਤੋਂ ਉੱਪਰ ਬਿਜਲੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ, ਉਹ 6000 ਕਰੋੜ ਰੁਪਈਏ ਨੇ ਜਿਹੜੇ ਉਹ ਕੀਮਤ ਤੇ ਲਾਗਤ ਕਮਿਸ਼ਨ ਹੈ ਜਿਹੜਾ ਉਹ ਦੋਨਾਂ 3-3000 ਕਰੋੜ ਰੁਪਈਆ ਜਿਹੜਾ ਉਹ ਦੋਨਾਂ ਫਸਲਾਂ ਦੀਆਂ ਲਾਗਤਾਂ 'ਚੋਂ ਘਟਾ ਕੇ ਹੀ ਕੀਮਤ ਨਿਸ਼ਚਿਤ ਕਰਦਾ ਹੈ। ਇਹਦਾ ਮਤਲਬ ਕੀ ਹੈ ਕਿ ਕੀਮਤ ਜਾਂ ਜਿਹੜੀਆਂ ਵੀ ਸਬਸਿਡੀਆਂ ਨੇ ਉਹ ਲਾਗਤ ਵਿੱਚ ਨਹੀਂ ਜੋੜੀਆਂ ਜਾਂਦੀਆਂ, ਬਲਕਿ ਉਹਨਾਂ ਨੂੰ ਘਟਾ ਦਿੱਤਾ ਜਾਂਦਾ। ਸੋ 3 ਅਹਿਮ ਚੀਜ਼ਾਂ ਨੇ। ਜੋ ਜ਼ਮੀਨ ਦਾ ਕਿਰਾਇਆ ਉਹ 13,333 ਰੁਪਏ ਪਾਇਆ ਜਾਂਦਾ। ਜੋ ਦਿਹਾੜੀ ਹੈ ਉਹ ਘਟਾ ਕੇ ਜੋ ਗੈਰ ਹੁਨਰੀ ਮਜ਼ਦੂਰ ਜਾਂ ਨਰੇਗਾ ਦੇ ਮਜ਼ਦੂਰ ਨੂੰ ਮਿਲਦੀ ਹੈ ਉਹ ਪਾਈ ਜਾਂਦੀ ਹੈ। ਜੋ ਸਬਸਿਡੀਆਂ ਉਹ ਘਟਾ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਸਾਡੀ ਕੀਮਤ ਹੈ ਜਿਹੜੀ ਜਿਣਸ ਦੀ, ਉਹ ਜਿਵੇਂ ਆਮ ਇਸ ਦੌਰ ਦੇ ਵਿੱਚ, ਮੰਡੀ ਦੇ ਦੌਰ ਦੇ ਵਿੱਚ ਗਿਣੀ ਜਾਂਦੀ ਹੈ, ਉਵੇਂ ਨਾ ਗਿਣ ਕੇ, ਉਵੇਂ ਨਾ ਮਿਣ ਕੇ, ਉਵੇਂ ਨਾ ਇਹਦਾ ਹਿਸਾਬ ਕਿਤਾਬ ਲਾ ਕੇ ਉਹਨੂੰ ਇਸ ਲਈ ਬਣਾ ਦਿੱਤਾ ਜਾਂਦਾ ਅਖੇ ਜੇ ਅਸੀਂ ਜੀ ਇਹਦੇ ਮੁਤਾਬਕ ਕਰਤਾ ਤਾਂ ਲੋਕਾਂ ਨੂੰ ਅਨਾਜ ਨਹੀਂ ਮਿਲਣਾ, ਭੋਜਨ ਨਹੀਂ ਮਿਲਣਾ। ਤਾਂ ਇਹ ਤਰੀਕਾ ਜਿਹੜਾ ਕਿਸਾਨ ਦੀ ਹੀ ਮਿਹਨਤ ਨਾਲ ਕਿਉਂ, ਕਿਸਾਨ ਦੀ ਹੀ ਜਿਣਸ ਨਾਲ ਕਿਉਂ, ਹਰ ਆਪਣੀ ਚੀਜ਼ ਛੋਟੀ ਤੋਂ ਛੋਟੀ ਬਣਾਉਣ ਵਾਲਾ ਜੋ ਵਪਾਰੀ ਹੈ, ਮਕੈਨਿਕ ਹੈ, ਉਹ ਆਪਣੀ ਮਿਹਨਤ ਤੇ ਚੀਜ਼ ਦੇ ਉੱਤੇ ਪੂਰੀ ਲਾਗਤ ਨੂੰ ਕੈਲਕੂਲੇਟ ਕਰਕੇ ਮੁਨਾਫਾ ਕਮਾ ਕੇ ਫੇਰ ਹੀ ਦਿੰਦਾ, ਨਹੀਂ ਉਹ ਨਹੀਂ ਦਿੰਦਾ। ਸੋ ਕਿਸਾਨ ਦੇ ਨਾਲ ਇਹ ਧੱਕਾ ਹੋ ਰਿਹਾ ਸਰਕਾਰ ਵੱਲੋਂ। ਇਸ ਲਈ ਆਓ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਹੋਰ ਚੀਜ਼ਾਂ ਨੇ ਆਪਣੇ ਮੰਗ ਪੱਤਰ ਦੇ ਅੰਦਰ, ਉਹਨੂੰ ਇੱਕ ਇੱਕ ਕਰਕੇ ਤੁਹਾਡੇ ਨਾਲ ਐਕਸਪਲੇਨ ਕਰੂੰਗਾ। ਅਤੇ ਇਹਦੇ ਵਿੱਚ ਜੇ ਤੁਹਾਨੂੰ ਕਿਤੇ ਵੀ ਕੋਈ ਇਹ ਲੱਗੇ ਵੀ ਇਹ ਡਾਕਟਰ ਸਾਹਿਬ ਨੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਇਹ ਚੀਜ਼ ਵੱਧ ਲਾਈ ਹੋਈ ਹੈ ਜਾਂ ਘੱਟ ਲਾਈ ਹੋਈ ਹੈ, ਤਾਂ ਉਹ ਤੁਹਾਡੇ ਨਾਲ ਮੈਂ ਗੱਲਬਾਤ ਕਰਨ ਵਾਸਤੇ ਹਮੇਸ਼ਾ ਤਿਆਰ ਰਹੂੰਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਦਰਸ਼ਨਪਾਲ, ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ,
ਪੰਜਾਬ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।